हाँ जी सर, सब तो पहला ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗुरू जी की फतेह। सर जी आज की प्रेस मतलब मेन थोड़ा इशू कैसे तुझे जो मीटिंग की थी हाँ जी सर थोड़ा इशू क्या सीगा एसजीपीसी ਦੇ ਬਜਟ ਨੂੰ ਲੈ ਕੇ ਹੈ ਨਾ। ਹਾਂ, ਅੱਜ ਸਾਡਾ ਮੁੱਖ ਇਸ਼ੂ ਇਹ ਹੈ ਵੀ 30 ਮਾਰਚ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬਜਟ ਪਾਸ ਹੋਣ ਜਾ ਰਿਹਾ ਹੈ। ਉਸ ਬਜਟ ਦੇ ਸੰਬੰਧ ਵਿੱਚ ਅਸੀਂ ਆਪ ਜੀ ਨਾਲ ਗੱਲਬਾਤ ਕਰਨ ਵਾਸਤੇ ਇੱਥੇ ਪਹੁੰਚੇ ਹਾਂ। ਬਜਟ ਕੀ ਸਮੱਸਿਆਵਾਂ ਨੇ ਕੀ ਹਾਲ ਬਜਟ ਵਧਾਉਣਾ ਚਾਹੀਦਾ ਘਟਾਉਣਾ ਚਾਹੀਦਾ? ਹਾਂ, ਜੋ ਬਜਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਪਾਸ ਕਰਦੀ ਤੁਰੀ ਆ ਰਹੀ ਹੈ, ਉਹ ਤਕਰੀਬਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸ਼੍ਰੋਮਣੀ ਗੁਰਦੁਆਰਾ ਐਕਟ ਬਣਿਆ 1925, ਇੱਕ ਪ੍ਰਬੰਧ ਸਕੀਮ ਐਕਟ ਹੈ। ਉਹ ਦੋ ਐਕਟਾਂ ਤਹਿਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਦਾ ਬਜਟ ਬਣਾਉਣਾ ਚਾਹੀਦਾ ਹੈ। ਪਰ ਪਿਛਲੇ 14-15 ਸਾਲਾਂ ਤੋਂ ਲੈ ਕੇ ਇਹ ਉਹ ਨਿਯਮਾਂ ਨੂੰ ਅੱਖੋਂ ਉੱਲੋ ਕਰ ਰਹੇ ਨੇਗੇ ਅਤੇ ਬਗੈਰ ਹੀ ਉਹ ਨਿਯਮਾਂ ਦੀ ਪਾਲਣਾ ਕੀਤਿਆਂ ਇਹ ਬਜਟ ਬਣਾ ਰਹੇ ਨੇ। ਅਤੇ ਪਿਛਲੇ ਸਮੇਂ 'ਚ ਜੋ ਬਜਟ ਬਣੇ ਨੇਗੇ ਉਹ ਤਕਰੀਬਨ ਸਾਰੇ ਹੀ ਬੋਕਸ ਬਜਟ ਸਨ, ਜਿਹਦੇ ਵਿੱਚ 11 ਜਾਂ 12 ਅਰਬ ਦੀ ਆਮਦਨੀ ਵੀ ਦਿਖਾਈ ਗਈ ਸੀ। ਪਰ ਜਿਹੜਾ ਹੁਣ ਬਜਟ ਹੈਗਾ ਉਹਦੇ ਵਿੱਚ ਆਮਦਨ ਵੀ ਅਤੇ ਖਰਚ ਵੀ ਤਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਸਲੀ। ਇਹ ਬਜਟ ਹੈ ਜਿਹੜਾ ਇਹ ਤਕਰੀਬਨ ਇਸ ਵਕਤ ਜੋ ਬਜਟ ਪੇਸ਼ ਹੋਣ ਜਾ ਰਿਹਾ ਹੈਗਾ, ਇਹ ਬਜਟ ਵੀ ਘਾਟੇ ਵਾਲਾ ਬਜਟ ਹੈ। 29 ਕਰੋੜ 70 ਲੱਖ ਦਾ ਘਾਟੇ ਵਾਲਾ ਇਹ ਬਜਟ ਹੈ। ਇਹਦੇ ਵਿੱਚ ਜੋ ਆਮਦਨ ਦਰਸਾਈ ਗਈ ਹੈ ਉਹ 958 ਕਰੋੜ 45 ਲੱਖ 34,995 ਹੈ। ਖਰਚ ਹੈ ਜਿਹੜਾ ਉਹ 988 ਕਰੋੜ 15 ਲੱਖ 43,780 ਉਹ ਖਰਚ ਦਿਖਾਇਆ ਗਿਆ। ਇਹ ਜੋ ਬਜਟ ਦੀਆਂ ਕਾਪੀਆਂ ਨੇਗੀਆਂ ਜੋ ਸਾਡੇ ਪਾਸ ਪਹੁੰਚਦੀਆਂ ਨੇਗੀਆਂ, ਇਹ ਬਜਟ ਜਿਹੜਾ 4 ਵੱਖ-ਵੱਖ ਜਿਲਦਾਂ ਦੇ ਵਿੱਚ ਹੁੰਦਾ। ਪੰਜਵੀਂ ਜੋ ਜਿਲਦ ਹੁੰਦੀ ਹੈ ਉਹ ਹੁੰਦਾ ਮੁੱਖ ਬਜਟ ਜਿਹਨੂੰ ਕਹਿੰਦੇ ਆ। ਇਹ ਤਕਰੀਬਨ ਬਜਟ ਹੈ ਜਿਹੜਾ 1000 ਤੋਂ ਵੱਧ ਪੰਨਿਆਂ ਦੇ ਵਿੱਚ ਇਹ ਬਜਟ ਹੈ ਜਿਹੜਾ ਸਾਨੂੰ ਭੇਜਿਆ ਜਾਂਦਾ ਹੈਗਾ। ਪਰ ਅਫਸੋਸ ਦੀ ਗੱਲ ਇਹ ਹੈ ਵੀ ਆਹ ਸਾਡੇ ਪਾਸ ਕੁਛ ਮੈਂਬਰ ਸਾਹਿਬਾਨ ਅਜਿਹੇ ਹੀ ਬੈਠਣਗੇ ਜਿਨ੍ਹਾਂ ਪਾਸ ਹਾਲ ਤੱਕ ਬਜਟ ਦੀਆਂ ਕਾਪੀਆਂ ਨਹੀਂ ਪਹੁੰਚਦੀਆਂ ਕੀਤੀਆਂ, ਜਦੋਂ ਕਿ ਨਿਯਮ ਮੁਤਾਬਕ ਘੱਟੋ ਘੱਟ 10 ਦਿਨ ਪਹਿਲਾਂ ਬਜਟ ਦੀਆਂ ਕਾਪੀਆਂ ਨੇ ਜਿਹੜੀਆਂ ਉਹ ਸਾਰੇ ਮੈਂਬਰਾਂ ਨੂੰ ਪਹੁੰਚਣੀਆਂ ਚਾਹੀਦੀਆਂ ਨੇ। ਅੱਜ ਤੋਂ ਬਾਅਦ 3 ਦਿਨ ਬਾਕੀ ਨੇਗੇ। ਇਹਨਾਂ 3 ਦਿਨਾਂ ਵਿੱਚ ਮੈਂਬਰ ਸਾਹਿਬਾਨ ਕਦੋਂ ਬਜਟ ਨੂੰ ਪੜ੍ਹਨਗੇ? ਇਹ ਜਿਹੜੇ ਬਜਟ ਨੂੰ ਬਗੈਰ ਪੜ੍ਹਿਆਂ ਤੋਂ ਹੀ ਬਗੈਰ ਵਿਚਾਰਿਆਂ ਤੋਂ ਹੀ ਪਾਸ ਕੀਤੇ ਜਾਂਦੇ ਨੇ। ਜਿਹੜੇ ਬਜਟ ਤਿਆਰ ਕਰਨ ਵਾਲੀ ਇੱਕ ਸਬ ਕਮੇਟੀ ਬਣਦੀ ਹੈ, ਉਹ ਸਬ ਕਮੇਟੀ ਹੈ ਜਿਹੜੀ ਪ੍ਰਧਾਨ ਸਾਹਿਬ ਗਠਿਤ ਕਰਦਾ ਹੈਗਾ। ਪਰ ਉਹ ਸਬ ਕਮੇਟੀ ਨੇ ਜਿਹੜਾ ਬਜਟ ਦੀ ਕਾਪੀ ਤਿਆਰ ਕੀਤੀ ਹੁੰਦੀ ਹੈ ਉਹਨੂੰ, ਕਿਉਂਕਿ ਸਾਡੀ ਐਗਜੈਕਟਿਵ ਕਮੇਟੀ ਹੈ ਜਿਹਨੂੰ ਅੰਤਰਮ ਕਮੇਟੀ ਕਹਿੰਦੇ ਆ, ਇਹ ਸੁਪਰੀਮ ਬਾਡੀ ਹੈ, ਇਹਨੇ ਪਾਸ ਕਰਨਾ ਹੁੰਦਾ ਹੈ। ਪਰ ਇਹ ਬਗੈਰ ਸੁਪਰੀਮ ਬਾਡੀ ਜਿਹੜੀ ਹੈ ਐਗਜੈਕਟਿਵ ਉਹ ਤੋਂ ਪਾਸ ਕਰਾਇਆ ਤੋਂ ਬਿਨਾਂ ਹੀ ਇਹ ਬਜਟ ਹੈ ਜਿਹੜਾ ਸਿੱਧਾ ਹੀ ਜੋ ਸਬ ਕਮੇਟੀ ਵੱਲੋਂ ਤਿਆਰ ਕੀਤਾ ਹੁੰਦਾ ਹੈ ਇਹ ਅਜਲਾਸ ਦੇ ਵਿੱਚ ਪਾਸ ਕਰਾ ਲੈਂਦੇ ਨੇ। ਉੱਥੇ ਹੁੰਦਾ ਕੀ ਹੈ ਕਿ 1 ਵਜੇ ਅਜਲਾਸ ਸ਼ੁਰੂ ਹੁੰਦਾ ਹੈ, 1:15-20 ਮਿੰਟ 'ਤੇ ਸਪੀਚ ਪੜ੍ਹਨੀ ਆਰੰਭ ਕਰ ਦਿੰਦੇ ਨੇਗੇ। ਉਹ 20-25 ਮਿੰਟਾਂ ਸਾਰੀ ਸਪੀਚ ਹੈ ਜਿਹੜੀ ਬਜਟ ਸਪੀਚ ਪੜ੍ਹ ਕੇ ਉਦੋਂ ਬਾਅਦ ਹੱਥ ਖੜ੍ਹੇ ਕਰਾ ਕੇ ਅਤੇ ਬੋਲੇ ਸੌ ਨਿਹਾਲ ਦਾ ਜਕਾਰਾ ਬੁਲਾ ਕੇ ਬਜਟ ਹੈ ਜਿਹੜਾ ਪਾਸ ਹੋ ਜਾਂਦਾ ਹੈ। ਜਦੋਂ ਕਿ ਅਸੀਂ ਜੋ ਮੈਂਬਰ ਸਾਹਿਬਾਨ ਬੈਠੇ ਹਾਂ, ਅਸੀਂ ਬਜਟ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਅਸੀਂ ਸਮਝਦੇ ਹਾਂ ਕਿ ਬਜਟ ਹੈ ਘੱਟੋ ਘੱਟ 2 ਦਿਨ ਦਾ ਹੋਣਾ ਚਾਹੀਦਾ। ਇੱਕ ਦਿਨ ਵਿੱਚ ਬਜਟ ਉੱਤੇ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ, ਅਗਲੇ ਦਿਨ ਬਜਟ ਨੂੰ ਪਾਸ ਕਰਨਾ ਚਾਹੀਦਾ। ਹੁਣ ਵੇਖੋ ਜਿਹੜਾ ਇਹ ਬਜਟ ਹੈ ਇਸ ਵਿੱਚ ਜੋ ਕੁਛ ਦਰਸਾਇਆ ਗਿਆ, ਜਿਵੇਂ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਇਹ ਅਰਬਾਂ ਕਰੋੜਾਂ ਰੁਪਈਆਂ ਦੀ ਜਾਇਦਾਦ ਨਾਲ ਟਰੱਸਟ ਸਾਰੇ ਗਏ ਨੇ। ਅਰਬਾਂ ਜ਼ਮੀਨਾਂ ਦੀਆਂ ਜਿਹੜੀਆਂ ਬਿਲਡਿੰਗਾਂ ਸਾਰੀਆਂ ਨੇ ਉਹਨਾਂ ਬਿਲਡਿੰਗਾਂ ਨੂੰ ਟਰੱਸਟਾਂ ਨੇ 99 ਸਾਲਾਂ ਲੀਜ਼ ਉੱਤੇ ਇਹ ਲੈ ਲਿਆ। ਔਰ ਉਹ ਟਰੱਸਟ ਜਿਵੇਂ ਮੀਰੀ ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ, ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ, ਇਹ ਸਾਰੇ ਜਿਹੜਾ ਹੈ ਇਹਨਾਂ ਦਾ ਸਾਰਿਆਂ ਦਾ ਪ੍ਰਬੰਧ ਹੈ ਜਿਹੜਾ ਟਰੱਸਟਾਂ ਦਾ। ਇਹ ਮਤਲਬ ਜੋ ਪ੍ਰਬੰਧ ਇਹਨਾਂ ਵਿੱਦਿਅਕ ਅਦਾਰਿਆਂ ਦਾ ਚੱਲ ਰਿਹਾ ਉਹ ਟਰੱਸਟ ਦੇ ਅਧੀਨ ਹੈ। ਜਿਹੜੇ ਟਰੱਸਟ ਨੇਗੇ ਇਹਦੇ 'ਤੇ ਸ਼੍ਰੋਮਣੀ ਕਮੇਟੀ ਪਿਛਲੇ 15 ਸਾਲਾਂ ਤੋਂ ਕੋਈ ਚੈੱਕ ਨਹੀਂ ਕਰਦੀ ਇਹਨਾਂ ਨੂੰ। ਇਹਨਾਂ ਨੂੰ ਅਧਿਕਾਰ ਵੀ ਤਕਰੀਬਨ ਹੈ ਨਹੀਂ ਚੈੱਕ ਕਰਨ ਦਾ।
ਇਹ ਟਰਸਟ ਨੇ ਜਿਹੜੇ ਪ੍ਰਾਈਵੇਟ ਮਤਲਬ ਵਿਅਕਤੀਆਂ ਵੱਲੋਂ ਪ੍ਰਾਈਵੇਟ ਢੰਗ ਨਾਲ ਹੀ ਚਲਾਏ ਜਾ ਰਹੇ ਹਨ। ਪਰ ਜੇ ਇਹ ਟਰਸਟ ਪ੍ਰਾਈਵੇਟ ਢੰਗ ਨਾਲ ਚਲਾਏ ਜਾ ਰਹੇ ਨੇ, ਜਦੋਂ ਕੋਈ ਜ਼ਮੀਨ ਜਾਇਦਾਦ ਹੈ ਜਿਹੜੀ ਟਰਸਟਾਂ ਵਿੱਚ ਪੈਸਾ ਲੱਗਿਆ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ ਹੈ, ਇਸ ਲਈ ਇਹਨਾਂ ਟਰਸਟਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧੀਨ ਲਿਆਉਣਾ ਚਾਹੀਦਾ ਹੈ। ਇਹ ਅਰਬਾਂ ਖਰਬਾਂ ਦੀ ਜਿਹੜੀ ਜਾਇਦਾਦ ਹੈ ਪ੍ਰਾਈਵੇਟ ਟਰਸਟਾਂ ਨੂੰ ਦਿੱਤੀ ਹੋਈ ਹੈ, ਇਹ ਟਰਸਟਾਂ ਨੂੰ ਭੰਗ ਕਰਨਾ ਚਾਹੀਦਾ ਹੈ। ਔਰ ਹੁਣ ਬਜਟ ਦੇ ਵਿੱਚ ਜੋ ਆ ਸਾਡੇ ਪਾਸ ਮੌਜੂਦ ਹੈ, ਇਸ ਬਜਟ ਦੇ ਵਿੱਚ 2 ਸੰਸਥਾਵਾਂ ਨੂੰ ਜਿਹੜਾ ਹੈਗਾ 8-8 9-9 ਕਰੋੜ ਰੁਪਏ ਦੀ ਸਹਾਇਤਾ ਇਹਦੇ ਵਿੱਚ ਦਿੱਤੀ ਹੋਈ ਹੈ, ਜਿਹੜੀ ਕਿ ਬਿਲਕੁਲ ਗਲਤ ਹੈਗੀ। ਇਹ ਕਿਉਂਕਿ ਉਹ ਜਾਂ ਤਾਂ ਇਹਨਾਂ ਬਜਟਾਂ ਨੂੰ ਸ਼੍ਰੋਮਣੀ ਕਮੇਟੀ ਆਪਦੇ ਅਧੀਨ ਲਿਆਵੇ ਇਹਨਾਂ ਟਰਸਟਾਂ ਨੂੰ, ਨਹੀਂ ਫਿਰ ਇਹਨਾਂ ਨੂੰ ਉਹਨਾਂ ਚਿਰ ਸਹਾਇਤਾ ਦੇਣੀ ਬੰਦ ਕਰੇ। ਤੁਸੀਂ ਦੇਖੋ ਸਾਹਬਾਦ ਮਾਰਕੰਡਾ 84 ਕਰੋੜ ਤੋਂ ਵੱਧ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 85 ਦੇ ਗੁਰਦੁਆਰਿਆਂ ਦਾ ਖਰਚ ਹੋ ਚੁੱਕਿਆ ਹੁਣ ਤੱਕ। ਪਰ ਅਫਸੋਸ ਦੀ ਗੱਲ ਹੈ ਵੀ ਉੱਥੇ ਕੋਈ ਵੀ ਕਲਾਸ ਹੈ ਜਿਹੜੀ MBBS ਦੀ ਕਲਾਸ ਜਾਂ ਪੜ੍ਹਾਈ ਹੈ ਜਿਹੜੀ ਉੱਥੇ ਨਹੀਂ ਹੋ ਰਹੀ। ਉੱਥੇ ਬਿਲਡਿੰਗ ਹੈ ਜਿਹੜੀ ਬਣੀ ਹੋਈ ਉਹ ਖੰਜਰ ਬਣਦੀ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯੂਨੀਵਰਸਿਟੀ ਦਾ ਵੀ ਇਹੀ ਹਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਯੂਨੀਵਰਸਿਟੀ ਵਿੱਚ ਵੀ ਹੁਣ ਇਸ ਬਜਟ ਵਿੱਚ 6 ਕਰੋੜ ਰੁਪਈਆ ਰੱਖਿਆ ਗਿਆ। ਇਸ ਬਜਟ ਦੇ 6 ਕਰੋੜ ਰੁਪਈਏ ਤੋਂ ਇਲਾਵਾ ਵੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੇ 2016 ਦੇ ਵਿੱਚ 30 ਕਰੋੜ ਰੁਪਈਆ SBI ਬੈਂਕ ਤੋਂ ਵਿਆਜ ਲੈਤਾ ਹੈਗਾ, ਉਹਦਾ 34 ਕਰੋੜ ਰੁਪਈਆ ਇੰਟਰਸਟ ਪੈ ਕੇ ਉਹ 10 ਸਾਲਾਂ ਕਿਸ਼ਤਾਂ 'ਚ ਵਾਪਸ ਕਰਨਾ ਹੈ। ਉਹ ਹਰ ਸਾਲ ਕਿਸ਼ਤ ਹੈ ਜਿਹੜੀ 6 ਕਰੋੜ 44 ਲੱਖ ਦੀ ਕਿਸ਼ਤ ਆਉਂਦੀ ਹੈ, ਉਹ ਵੀ ਸ਼੍ਰੋਮਣੀ ਕਮੇਟੀ ਭਰ ਰਹੀ ਹੈ। ਅਤੇ ਇਸ ਤਰ੍ਹਾਂ ਮਤਲਬ ਇਹ ਜਿਹੜੇ ਟਰਸਟ ਨੇਗੇ, ਅਸੀਂ ਕਹਿੰਦੇ ਵੀ ਇਹ ਗੈਰ ਕਾਨੂੰਨੀ ਨੇਗੇ, ਇਹਨਾਂ ਨੂੰ ਸ਼੍ਰੋਮਣੀ ਕਮੇਟੀ ਹੈ ਜਿਹੜੀ ਭੰਗ ਕਰੇ, ਇਜਲਾਸ ਭੰਗ ਕਰੇ ਅਤੇ ਆਪਦੇ ਅਧੀਨ ਵਿੱਚ ਲੈਵੇ। ਇਸੇ ਤਰ੍ਹਾਂ ਇਸ ਬਜਟ ਦੇ ਵਿੱਚ ਜੋ ਹੈ ਜ਼ਮੀਨਾਂ ਦੇ ਸੰਬੰਧ ਵਿੱਚ ਆਮਦਨ ਦਰਸਾਈ ਗਈ ਹੈ। ਮੈਂ ਤੁਹਾਨੂੰ ਬਹੁਤੀ ਉਦਾਹਰਨ ਨਹੀਂ, ਮੈਂ ਤੁਹਾਨੂੰ 3 ਗੁਰਦੁਆਰੇ ਸਥਾਨਾਂ ਦੀ ਉਦਾਹਰਨ ਦਿੰਦਾ। ਇਹ 3 ਗੁਰਦੁਆਰੇ ਸਥਾਨ ਜਿਹੜੇ ਇਸ ਮਾਝੇ ਦੇ ਵਿੱਚ ਨੇ। ਮਾਝੇ ਦੇ ਵਿੱਚ ਇੱਕ ਗੁਰਦੁਆਰਾ ਸਥਾਨ ਹੈ ਬਾਬਾ ਡੇਰਾ ਨਾਨਕ ਵਿਖੇ, ਉੱਥੇ ਜ਼ਮੀਨ ਹੈ ਜਿਹੜੀ 676 ਏਕੜ ਜ਼ਮੀਨ ਹੈ। ਦੂਸਰਾ ਜਿਹੜਾ ਹੈਗਾ ਤੇਜਾ ਕਲਾਂ ਵਿਖੇ ਇਹ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਥਾਨ ਹੈ, ਉੱਥੇ 1015 ਏਕੜ ਜ਼ਮੀਨ ਹੈ। ਅਤੇ ਇੱਕ ਬਾਬਾ ਬੁੱਢਾ ਜੀ ਗੁਰਦੁਆਰਾ ਰਮਦਾਸਪੁਰਾ, ਉੱਥੇ ਜ਼ਮੀਨ ਹੈ। ਇਹ ਕੁੱਲ ਜਾ ਕੇ ਜ਼ਮੀਨ ਹੈ ਜਿਹੜੀ ਤਿੰਨਾਂ ਥਾਵਾਂ ਦੀ ਜੇ ਜ਼ਮੀਨ ਜੋੜ ਦਈਏ ਤਾਂ 2990 ਏਕੜ ਜ਼ਮੀਨ ਬਣਦੀ ਹੈ, 91 ਏਕੜ। ਪਰ ਇੱਥੇ ਜਿਹੜਾ ਇਸ ਵਕਤ ਆਮਦਨ ਆ ਰਹੀ ਹੈ, ਆ ਬਜਟ ਦੇ ਵਿੱਚ ਜੋ ਦਰਸਾਈ ਗਈ ਹੈ, ਜੋ ਠੇਕਾ ਆ ਰਿਹਾ ਬਜਟ ਵਿੱਚ ਦਰਸਾਇਆ ਗਿਆ, ਉਹ ਸਿਰਫ ਤਿੰਨਾਂ ਸਥਾਨਾਂ ਦੇ ਜੋੜ ਕਰਦਿਆਂ ਉਹ 4 ਕਰੋੜ 99 ਲੱਖ ਦੇ ਲਗਭਗ ਬਣਦਾ ਹੈ। ਜਦੋਂ ਕਿ ਮਾਲਵੇ ਦੇ ਵਿੱਚ ਜਾਣੀ ਪ੍ਰਤੀ ਏਕੜ 15-16 ਹਜ਼ਾਰ ਪ੍ਰਤੀ ਏਕੜ 15-16 ਹਜ਼ਾਰ ਠੇਕਾ ਬਣ ਰਿਹਾ ਹੈਗਾ। ਜਦੋਂ ਕਿ ਮਾਲਵੇ ਦੇ ਵਿੱਚ ਠੇਕਾ ਜਿਹੜਾ ਚੱਲਦਾ ਹੈਗਾ ਉਹ 65-70 ਹਜ਼ਾਰ ਪ੍ਰਤੀ ਏਕੜ ਚੱਲ ਰਿਹਾ ਹੈ, ਇੱਥੇ 15-16 ਹਜ਼ਾਰ ਏਕੜ। ਹੈਰਾਨੀ ਦੀ ਗੱਲ ਇਹ ਹੈ ਵੀ ਡੇਰਾ ਬਾਬਾ ਨਾਨਕ ਵਿਖੇ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਹੈ, ਤੁਸੀਂ ਕਾਹਲੋਂ ਸਾਹਿਬ ਨਿਰਮਲ ਸਿੰਘ ਜੀ ਕਾਹਲੋਂ, ਉਹਨੇ ਇੱਕ ਸਕੂਲ ਉੱਥੇ ਗੁਰਦੁਆਰੇ ਦੀ ਜ਼ਮੀਨ ਲੈ ਕੇ 6 ਏਕੜ ਜ਼ਮੀਨ 6 ਏਕੜ 4 ਕਨਾਲਾਂ ਜ਼ਮੀਨ ਲੈਤੀ ਹੈ। ਉਹ ਜ਼ਮੀਨ ਦੇ ਵਿੱਚ ਸਕੂਲ ਬਣਾਇਆ ਗਾ, ਪਰ ਗੁਰੂ ਘਰ ਨੂੰ 1000 ਰੁਪਇਆ ਸਾਲਾਨਾ ਦਿੰਦਾ ਹੈ। ਮੰਨ ਲਓ ਗੁਰੂ ਘਰ ਨੂੰ 1000 ਰੁਪਇਆ ਸਾਲਾਨਾ ਦਿੱਤਾ ਜਾ ਰਿਹਾ, ਉਹਦੇ ਵਿੱਚ 6 ਕਿੱਲਿਆਂ ਦੇ ਵਿੱਚ ਸਕੂਲ ਹੈ ਜਿਹੜਾ ਉਹ ਉਹਨਾਂ ਨੇ ਆਪਦਾ ਸਥਾਪਿਤ ਕੀਤਾ। ਇਸੇ ਤਰ੍ਹਾਂ ਉਹ ਜਿਹੜੀਆਂ ਜ਼ਮੀਨਾਂ ਨੇਗੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੁਛ ਚਹੇਤੇ ਬੰਦਿਆਂ ਨੇ ਹੀ ਦੱਬ ਰੱਖੀਆਂ ਨੇਗੀਆਂ। ਉੱਥੇ ਬੋਲੀ ਨਹੀਂ ਹੋ ਰਹੀ, ਜਿਵੇਂ ਮਾਲਵੇ ਦੇ ਵਿੱਚ ਬੋਲੀ ਹੁੰਦੀ ਹੈ, ਜਿਵੇਂ ਪੰਜਾਬ ਦੇ ਵਿੱਚ ਹੋਰ ਥਾਂ 'ਤੇ ਜ਼ਮੀਨਾਂ ਦੀ ਬੋਲੀ ਹੁੰਦੀ ਹੈ, ਉੱਥੇ ਕੋਈ ਬੋਲੀ ਨਹੀਂ ਹੁੰਦੀ। 4% ਵਾਧੇ ਨਾਲ ਹਰ ਸਾਲ 5% ਵਾਧੇ ਨਾਲ ਜਾਂ 10% ਵਾਧੇ ਨਾਲ ਹਰ ਸਾਲ ਉਹ ਜ਼ਮੀਨਾਂ ਜਿਹੜੀਆਂ ਉਹਨਾਂ ਬੰਦਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ। ਅਸੀਂ ਸਮਝਦੇ ਹਾਂ ਕਿ ਇੱਥੇ ਜਿਹੜਾ ਹੈਗਾ ਬਹੁਤ ਜਿਹੜਾ ਹੈਗਾ ਘਾਟਾ ਸ਼੍ਰੋਮਣੀ ਕਮੇਟੀ ਨੂੰ ਪੈ ਰਿਹਾ। ਇਸੇ ਤਰ੍ਹਾਂ ਅਸੀਂ ਜੋ ਬਜਟ ਵਿੱਚ ਦੇਖਿਆ ਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਅਕ ਅਦਾਰੇ ਨੇਗੇ ਉਹ ਪੰਜਾਬ ਦੇ ਵਿੱਚ ਕਾਲਜ ਨੇਗੇ 33, ਪੰਜਾਬ ਅਤੇ ਹਰਿਆਣਾ ਦੇ ਵਿੱਚ ਸਕੂਲ ਨੇਗੇ ਪੰਜਾਬ ਅਤੇ ਹਰਿਆਣਾ ਦੇ ਵਿੱਚ 52। ਇਹ ਤਕਰੀਬਨ 2 ਕਾਲਜਾਂ ਨੂੰ ਛੱਡ ਕੇ ਬਾਕੀ ਸਾਰੇ ਕਾਲਜ ਨੇ ਜਿਹੜੇ ਉਹ ਇਸ ਵਕਤ ਘਾਟੇ ਵਿੱਚ ਨੇ। ਅਤੇ 6 ਸਕੂਲ ਆਤਮ ਨਿਰਭਰ ਜਿਹੜੇ ਆਪਦੀਆਂ ਤਨਖਾਹਾਂ ਕੱਢਦੇ ਆ, ਬਾਕੀ ਸਾਰੇ ਸਕੂਲ ਉਹ ਵੀ ਘਾਟੇ ਵਿੱਚ ਚੱਲ ਰਹੇ ਨੇ। ਹੈਰਾਨੀ ਦੀ ਗੱਲ ਇਹ ਹੈ ਵੀ ਇਸ ਸਾਲ ਜਿਹੜਾ ਵਿਦਿਅਕ ਅਦਾਰਿਆਂ ਦਾ ਘਾਟਾ ਹੈਗਾ ਉਹ 28 ਕਰੋੜ ਤੋਂ ਵੱਧ ਹੈ। ਅਤੇ ਦੂਜੀ ਗੱਲ ਵੀ
31/3/2021 ਤੱਕ ਜਿਹੜੀ ਹੈਗੀ ਆ ਤਨਖਾਹਾਂ 4.25 ਕਰੋੜ ਰੁਪਈਆ ਮੁਲਾਜ਼ਮਾਂ ਨੂੰ ਦੇਣੀਆਂ ਬਾਕੀ ਨੂੰ। ਉਦੋਂ ਬਾਅਦ ਆਹ 1 ਸਾਲ ਪਿਆ, ਜਾਣੀ ਕਹਿਣ ਤੋਂ ਬਾਅਦ 12-15 ਮਹੀਨੇ ਦੀਆਂ ਤਨਖਾਹਾਂ ਇਹ ਬਣਦੀਆਂ ਨੇ। ਬਹੁਤ ਸਾਰੇ ਕਾਲਜਾਂ ਨੂੰ, ਬਹੁਤ ਸਾਰੇ ਸਕੂਲਾਂ ਨੂੰ ਪਿਛਲੇ 15-15 ਮਹੀਨਿਆਂ ਤੋਂ ਲੈ ਕੇ ਤਨਖਾਹ ਸ਼੍ਰੋਮਣੀ ਕਮੇਟੀ ਦੇ ਨਹੀਂ ਸਕੀ। ਉਹ ਵਿਦਿਅਕ ਤਨਖਾਹ ਨਹੀਂ ਦਿੱਤੀਆਂ ਜਾ ਰਹੀਆਂ। ਅਤੇ ਇਹਨਾਂ ਦੇ ਵਿੱਚ ਜਿਹੜੇ ਇਹ ਸਕੂਲ ਜਿਹੜੇ ਕਾਲਜ ਨੇ, 12 ਕਾਲਜ ਨੇ ਛੜੇ ਗ੍ਰਾਂਟ ਇਨ ਏਡ ਦਾ, ਜਾਣੀ ਸਰਕਾਰ ਵੱਲੋਂ ਉਹਨੂੰ ਗ੍ਰਾਂਟ ਦਿੱਤੀ ਜਾਂਦੀ ਹੈ, ਅਤੇ 11 ਸਕੂਲ ਨੇ ਗ੍ਰਾਂਟ ਇਨ ਏਡ। ਇਹਨਾਂ ਨੂੰ ਇਸ ਬਜਟ ਦੇ ਵਿੱਚ 31 ਕਰੋੜ ਰੁਪਈਆ ਦਰਸਾਇਆ ਗਿਆ ਵੀ 31 ਕਰੋੜ ਰੁਪਈਆ ਸਰਕਾਰ ਨੇ ਸਹਾਇਤਾ ਦਿੱਤੀ ਹੈ। ਅਗਲਾ ਜਿਹੜਾ ਬਜਟ 22-23 ਦਾ ਉੱਥੇ ਇਹ 32 ਕਰੋੜ 33 ਲੱਖ ਰੁਪਈਆ ਦਰਸਾਇਆ ਗਿਆ। ਪਰ ਹੈਰਾਨੀ ਦੀ ਗੱਲ ਹੈ, ਇੱਕ ਪਾਸੇ ਸਰਕਾਰ ਵੱਲੋਂ ਵੀ ਗ੍ਰਾਂਟ ਆ ਰਹੀ ਹੈ, ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਰ ਸਾਲ 40-50 ਕਰੋੜ ਰੁਪਈਆ ਇਹਨਾਂ ਸਕੂਲਾਂ ਨੂੰ ਦੇ ਰਿਹਾ ਹੈਗਾ, ਕਾਲਜਾਂ ਨੂੰ ਦੇ ਰਿਹਾ ਹੈ। ਔਰ ਫਿਰ ਵੀ ਅੱਜ ਇਹ ਇੰਨੇ ਘਾਟੇ 'ਚ, ਜਦੋਂ ਕਿ ਅਸੀਂ ਸਮਝਦੇ ਹਾਂ ਵੀ ਪਿਛਲਾ ਜਿਹੜਾ 20 ਸਾਲਾਂ ਦਾ ਕਾਲ ਸੀਗਾ ਉਹ ਬੜਾ ਇੱਕ ਸੁਨਹਿਰੀ ਕਾਲ ਸੀ। ਇਸ ਜਿੰਨੇ ਪ੍ਰਾਈਵੇਟ ਸਕੂਲ ਚੱਲੇ ਨੇ, ਜਿੰਨੇ ਕਾਲਜ ਚੱਲੇ ਨੇ, ਜਿਨ੍ਹਾਂ ਨੇ ਇੱਕ ਸਕੂਲ ਇੱਕ ਕਮਰੇ ਤੋਂ ਵੀ ਸ਼ੁਰੂ ਕੀਤਾ, ਉਹਨਾਂ ਨੇ ਕਾਲਜ ਬਣਾ ਲਏ। ਜਿਨ੍ਹਾਂ ਨੇ ਕਾਲਜ ਸ਼ੁਰੂ ਕੀਤੇ ਉਹਨਾਂ ਨੇ ਯੂਨੀਵਰਸਿਟੀਆਂ ਬਣਾ ਲਈਆਂ। ਲਵਲੀ ਇੱਕ ਯੂਨੀਵਰਸਿਟੀਆਂ ਜਿਹੜੀਆਂ ਅੱਜ ਕਰੋੜਾਂ ਅਰਬਾਂ ਰੁਪਈਏ ਕਮਾ ਰਹੀਆਂ ਨੇ। ਪਰ ਸਾਡੇ ਇਹ ਵਿਦਿਅਕ ਅਦਾਰੇ ਨੇ ਕਿ ਕਿਉਂ ਘਾਟੇ ਜਾ ਰਹੇ ਨੇ, ਇਹ ਸਾਰਾ ਪ੍ਰਬੰਧ ਦੇ ਕਾਰਨ ਹੈ। ਇਸ ਵਿਦਿਅਕ ਅਦਾਰਿਆਂ ਵਿੱਚ ਜਿਹੜੀ ਭਰਤੀ ਕੀਤੀ ਹੈਗੀ ਉਹ ਵੀ ਸਿਫਾਰਸ਼ੀ ਲੋਕਾਂ ਦੀ ਕੀਤੀ ਹੈਗੀ। ਉਹਨਾਂ ਦੀਆਂ ਜੇ ਅੱਜ ਡਿਗਰੀਆਂ ਚੈੱਕ ਕਰਾ ਦਈਏ, PhD ਡਿਗਰੀਆਂ, ਉਹਨਾਂ ਦੀਆਂ MPhil ਦੀਆਂ ਡਿਗਰੀਆਂ, ਜਾਂ ਉਹਨਾਂ ਦੀਆਂ ਦੂਜੀਆਂ ਡਿਗਰੀਆਂ ਜਿਹੜੀਆਂ BA MA ਦੀਆਂ ਡਿਗਰੀਆਂ ਚੈੱਕ ਕਰਾਈ, ਬਹੁਤ ਸਾਰੀਆਂ ਡਿਗਰੀਆਂ ਜਿਹੜੀਆਂ ਜਾਲੀ ਨੇ। ਦੱਖਣੀ ਭਾਰਤ 'ਚੋਂ ਜਾਂ ਉੱਤਰੀ ਮਤਲਬ ਆਪਣਾ ਆਸਾਮ ਵਗੈਰਾ, ਸਰਾਂਗ ਵਗੈਰਾ, ਉਹਨਾਂ ਯੂਨੀਵਰਸਿਟੀਆਂ ਤੋਂ ਜਿਹੜੀਆਂ ਤੋਂ ਇਹਨਾਂ ਫੈਂਕ ਯੂਨੀਵਰਸਿਟੀਆਂ ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਕਹਿ ਦਈਏ, ਉਹਨਾਂ ਤੋਂ ਡਿਗਰੀਆਂ ਲੈ ਕੇ ਉਹ ਇਹਨਾਂ ਸੰਸਥਾਵਾਂ 'ਚ ਪੱਕੇ ਹੋ ਚੁੱਕੇ ਨੇ ਜੀ। ਸੋ ਅੱਜ ਇਹਨਾਂ ਸੰਸਥਾਵਾਂ ਨੂੰ ਜਿਹੜੀਆਂ ਅੱਜ ਜਿਨ੍ਹਾਂ ਵਿੱਚ ਬੱਚਿਆਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾ ਰਹੀ ਹੈਗੀ ਔਰ ਨਾ ਮਾਤਰ ਗਿਣਤੀ ਰਹਿ ਗਈ, ਔਰ ਇਹਨਾਂ ਨੂੰ ਬਚਾਉਣਾ ਅੱਜ ਅਤੀ ਜ਼ਰੂਰੀ ਹੈ। ਸੋ ਅਸੀਂ ਇਹ ਸਵਾਲ ਹੈ ਜਿਹੜਾ ਬਜਟ ਵਿੱਚ ਵੀ ਉਠਾਉਣ ਜਾ ਰਹੇ ਹਾਂ। ਅਤੇ ਇਵੇਂ ਜੇਕਰ ਭਾਈ ਅਸੀਂ ਜੋ ਬਜਟ ਮੁਤਾਬਕ ਗੁਰੂ ਘਰਾਂ ਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਫੰਡ ਲੈਣਾ ਹੁੰਦਾ ਹੈਗਾ ਉਹ 38% ਹੀ ਲੈ ਸਕਦੀ ਹੈ। ਪਰ ਇੱਥੇ ਜੋ ਲਿਆ ਜਾ ਰਿਹਾ ਹੈ ਹੁਣ ਫੰਡ ਗੁਰਦੁਆਰਿਆਂ ਦੇ ਵਿੱਚੋਂ ਉਹ 51%, 50% ਜਾਂ ਕਈ ਗੁਰਦੁਆਰਿਆਂ 'ਚੋਂ 46% ਲਿਆ ਜਾ ਰਿਹਾ। ਜਾਣੀ ਜੋ ਪ੍ਰਬੰਧ ਜੋ ਐਕਟ ਹੈਗਾ ਉਸ ਐਕਟ ਤੋਂ ਵੀ 10-11% ਵੱਧ ਲਿਆ ਜਾ ਰਿਹਾ ਹੈ। ਜੇ ਇਕੱਲੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਹੈਗਾ ਫੰਡ ਹੈ ਜਿਹੜਾ ਉਹ 16-17 ਕਰੋੜ ਰੁਪਈਆ ਵੱਧ ਚੁੱਕ ਲਿਆ ਇਹਨਾਂ ਨੇ। ਇਵੇਂ ਜੇਕਰ ਅਨੰਦਪੁਰ ਸਾਹਿਬ ਵੀ 15-16 ਕਰੋੜ ਰੁਪਈਆ ਵੱਧ ਲੈ ਲਿਆ ਇਹਨਾਂ ਨੇ। ਇਹ ਜਿਹੜਾ ਹੈਗਾ ਗੁਰਦੁਆਰੇ ਨੇ ਜਿਹੜੇ ਉਦੋਂ ਬਾਅਦ ਆਪਦੀ ਤਨਖਾਹ ਮੁਲਾਜ਼ਮਾਂ ਨੂੰ ਦਿੰਦੇ ਨੇ, ਫਿਰ ਉਹ ਗੁਰਦੁਆਰਿਆਂ ਦੇ ਵਿੱਚ ਜਿਹੜਾ ਹੋਰ ਕੰਮਕਾਰ ਹੋਣਾ ਬਾਕੀ ਪੈਸਿਆਂ ਨਾਲ, ਉਹ ਦੇਖੋ ਵੀ ਉਹ ਸਾਰਾ ਕੰਮ ਗੁਰਦੁਆਰਿਆਂ 'ਚ ਇਸ ਵਕਤ ਠੱਪ ਪਿਆ ਅਤੇ ਕਾਰ ਸੇਵਾ ਵਾਲਾ ਬਾਬਿਆਂ ਤੋਂ ਹੀ ਕੰਮ ਕਰਵਾ ਰਹੇ ਨੇ। ਗੁਰਦੁਆਰਿਆਂ ਦੇ ਜਿੱਥੇ ਵੀ ਕੰਮ ਤੁਸੀਂ ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਜਿਹੜੀ ਸਮਰੱਥਾ ਹੈ ਉਹ ਬਿਲਕੁਲ ਨਹੀਂ ਕੰਮ ਕਰਾਉਣ ਦੀ। ਕਿਤੇ ਕੋਈ ਸਾਰੀ ਦਾ ਕੰਮ ਹੋ ਰਿਹਾ ਉਹ ਕਾਰ ਸੇਵਾ ਵਾਲੇ ਬਾਬੇ ਕਰ ਰਹੇ ਨੇ, ਕਿ ਨਾ ਕਿ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਕਿਉਂਕਿ ਇਹਨਾਂ ਕੋਲ ਸਮਰੱਥਾ ਹੀ ਨਹੀਂ ਰਹੀ। ਸੋ ਅਸੀਂ ਇਹ ਸਾਰਾ ਪੱਖ ਹੈ ਜਿਹੜਾ ਇਹਨਾਂ ਦੇ ਵਿੱਚ ਬਜਟ ਦੇ ਵਿੱਚ ਦਰਸਾਇਆ ਗਿਆ, ਉਹਨੂੰ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਹਾਂ। ਅਤੇ ਅਸੀਂ ਇਹ ਗੱਲ ਦੀ ਮੰਗ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਚਾਉਣ ਲਈ ਸਿੱਖ ਸੰਗਤ ਪਾਸ ਇਹ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਥਿਤੀ ਹੈ ਉਹ ਸਾਰੀ ਜਾਣੀ ਚਾਹੀਦੀ ਹੈ। ਕਿ ਸਾਡੇ ਕੋਲ 4 ਪ੍ਰੈਸਾਂ ਨੇਗੀਆਂ, ਚਾਰੇ ਪ੍ਰੈਸਾਂ ਘਾਟੇ 'ਚ ਨੇਗੀਆਂ, ਅਤੇ ਚਾਰੇ ਪ੍ਰੈਸਾਂ 'ਚ ਕਰੋੜਾਂ ਰੁਪਈਆਂ ਦੇ ਘਾਟੇ ਚੱਲ ਰਹੀਆਂ ਨੇ। ਸਾਰੇ ਅਦਾਰੇ ਨੇ ਜਿਹੜੇ ਘਾਟੇ ਚੱਲ ਰਹੇ ਨੇਗੇ। ਸੋ ਅੱਜ ਅਸੀਂ ਇਸ ਬਜਟ ਦੀ ਮਹੱਤਤਾ ਨੂੰ ਸਮਝਦੇ ਹੋਏ, ਕਿਉਂਕਿ ਸਾਨੂੰ ਉੱਥੇ ਵਿਚਾਰ ਨਹੀਂ ਪ੍ਰਗਟ ਕਰਨ ਦੇ, ਸਾਡੇ ਵਿਚਾਰ ਨੇ ਜਿਹੜੇ ਉਹ ਉਸ ਸਮੇਂ ਪ੍ਰੈਸ ਦੇ ਵਿੱਚ ਲੋਕਾਂ ਦੇ ਵਿੱਚ ਜਾਣ ਕਰਨੋਂ ਰਹਿ ਜਾਂਦੇ ਨੇ। ਇਸ ਕਰਕੇ ਅਸੀਂ ਤੁਹਾਨੂੰ ਅੱਜ ਤਕਰੀਰ ਦਿੱਤੀ ਹੈ ਕਿ ਅੱਜ ਅਸੀਂ ਤੁਹਾਨੂੰ ਬਜਟ ਦੇ ਸੰਬੰਧ ਵਿੱਚ ਸਾਰੀ ਗੱਲ ਰੱਖੀਏ। ਤੁਸੀਂ ਜੋ ਵੀ ਸਵਾਲ ਕਰਨਾ ਹੈ, ਕਿਉਂਕਿ ਅਸੀਂ ਤੁਹਾਨੂੰ ਜਵਾਬ ਦੇਣ ਲਈ ਤਿਆਰ ਹਾਂ। ਆਪ ਜੀ ਦਾ ਧੰਨਵਾਦ। ਤੁਹਾਨੂੰ ਸਾਡੇ ਸਤਿਕਾਰ ਦੇ ਮੈਂਬਰ ਸਾਹਿਬਾਨ ਨੇ ਬਜਟ ਦੇ ਸੰਬੰਧ ਦੇ ਵਿੱਚ ਬੜੀ ਡਿਟੇਲ ਦੇ ਨਾਲ ਸਾਰਾ ਕੁਝ ਦੱਸ ਦਿੱਤਾ। ਗੱਲ ਮੁੱਕਦੀ ਇਹ ਆ ਕਿ ਸਾਡਾ ਪ੍ਰੈਸ ਦੇ ਮਾਧਿਅਮ ਰਾਹੀਂ
ਸਮੁੱਚੇ ਖਾਲਸਾ ਪੰਥ ਨੂੰ ਇਹ ਅਪੀਲ ਆ ਕਿ ਜੋ ਕੁਝ ਦਿਖਾਇਆ ਜਾਂਦਾ ਉਹ ਹੈ ਨਹੀਂ, ਜੋ ਹੈ ਉਹ ਦਿਖਾਇਆ ਨਹੀਂ ਜਾਂਦਾ। ਬਤੌਰ ਐਗਜ਼ੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਮੈਂਬਰ ਸਾਹਿਬਾਨਾਂ ਨੇ ਦਾਸ ਨੂੰ ਜਿਹੜੀ ਉੱਥੇ ਸੇਵਾ ਦਿੱਤੀ ਹੈ। ਸੋ ਇਹ ਤਾਂ ਹੋ ਗਿਆ ਬਜਟ ਦੇ ਸੰਬੰਧ ਦੇ ਵਿੱਚ। ਇਹਦੇ ਨਾਲ ਹੀ ਅਸੀਂ ਅੱਜ ਸਾਰੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ, ਸਮੁੱਚੀ ਵਿਰੋਧੀ ਧਿਰ ਵੱਲੋਂ, ਕਿਉਂਕਿ ਬਹੁਤ ਸਾਰੇ ਮੈਂਬਰ ਸਾਡੇ ਮਾਝੇ ਤੋਂ ਉਹ ਜਾਂ ਕੁਝ ਕੰਮਾਂ ਦੇ ਵਿੱਚ ਬਿਜੀ ਸੀ, ਉਸ ਦਿਨ ਸਾਰਿਆਂ ਨੇ ਇਕੱਠੇ ਹੋਣਾ। ਅਸੀਂ ਇੱਕ ਜੋ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਿੱਖਾਂ ਨੂੰ ਬਦਤਮੀਜ਼ ਕਿਹਾ, ਉਹਦੀ ਅਸੀਂ ਜਿਹੜੀ ਆ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ, ਕਿਉਂਕਿ ਇੱਕ ਸਾਡੀ ਸਨਮਾਨਯੋਗ ਪਦਵੀ ਹੈ ਸ਼੍ਰੀ ਅਕਾਲ ਤਖਤ ਸਾਹਿਬ, ਔਰ ਸਿਰਫ ਇਹ ਕਸੂਰ ਸਿੱਖਾਂ ਦਾ ਕੱਢਣਾ ਕਿ ਉਹਨਾਂ ਨੇ ਬਾਦਲ ਦਲ ਨੂੰ ਹਰਾ ਦਿੱਤਾ, ਇਹਦੀ ਕੌਸ ਦੇ ਉੱਤੇ ਇਹ ਲਫ਼ਜ਼ ਵਰਤਣੇ, ਮੈਨੂੰ ਲੱਗਦਾ ਕਿ ਉਹਨਾਂ ਨੇ ਜਿਹੜੀ ਉਹ ਇਹ ਪਦਵੀ ਹੈ ਉਹਦੀ ਜਿਹੜੀ ਗਰਿਮਾ ਜਾਂ ਉਹਦੀ ਜਿਹੜੀ ਮਰਜ਼ਾਦਾ, ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਉਹ ਗਿਆਨੀ ਜੀ ਦੇ ਬਿਆਨ ਦੇ ਬਾਰੇ ਉਹ ਕੀ ਸੋਚਦੇ ਨੇ। ਇਹ ਵੀ ਅਸੀਂ ਜਿਹੜਾ ਉੱਥੇ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਇਹ ਸਵਾਲ ਕਰਦੇ ਹਾਂ। ਅਤੇ ਦੂਸਰਾ, ਜਿਸ ਤਰ੍ਹਾਂ ਬਜਟ ਦੇ ਵਿੱਚ ਤੁਸੀਂ ਇਹ ਦੱਸਿਆ ਕਿ 3000 ਏਕੜ ਜ਼ਮੀਨ ਤੋਂ 4 ਕਰੋੜ 98 ਲੱਖ ਦੀ ਜਿਹੜੀ ਆਮਦਨ ਆ, ਜਦੋਂ ਕਿ ਜੇ ਠੇਕਾ 35000 ਨੂੰ ਵੀ ਲਾ ਲਿਆ ਜਾਵੇ ਤਾਂ ਵੀ ਇਹ ਬਹੁਤ ਵੱਡਾ ਮਤਲਬ ਇਹ ਬਣਦਾ। ਸੋ ਇਸ ਕਿਸਮ ਦੀਆਂ ਬੜੀਆਂ ਖਾਮੀਆਂ ਨੇ। ਅਤੇ ਦੂਸਰਾ, ਅਸੀਂ ਤੁਹਾਡੇ ਰਾਹੀਂ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ, ਕਿਉਂਕਿ ਸਾਡੇ ਕੋਲ ਹੋਰ ਤਾਂ ਕੋਈ ਹੈ ਨਹੀਂ, ਅਸੀਂ ਤਾਂ ਇੱਕ ਤੁਹਾਡੀ ਆਵਾਜ਼ ਚੱਕ ਸਕਦੇ ਹਾਂ ਕਿ ਸੰਗਤ ਦੀ ਜਿਹੜੀ ਰੁਪਈਏ ਦੀ ਇਹ ਜਿਹੜੀ ਪੈਸੇ ਦੀ ਮੱਥਾ ਟਿਕਾਈ ਆ, ਕਿ ਉਹਦੀ ਜਿਹੜੀ ਵਰਤੋਂ ਦੁਰਵਰਤੋਂ ਕਿਸ ਤਰੀਕੇ ਨਾਲ ਹੋ ਰਹੀ ਆ। ਕਿ ਜਿਸ ਤਰ੍ਹਾਂ ਦੱਸਿਆ ਗਿਆ ਕਿ ਜਿਹੜੇ ਪੁਰਾਣੇ ਛੋਟੇ ਲੈਵਲ ਤੋਂ ਲੋਕਾਂ ਨੇ ਸ਼ੁਰੂ ਕਰਕੇ ਅੱਜ ਵੱਡੀਆਂ ਯੂਨੀਵਰਸਿਟੀਆਂ ਸਥਾਪਿਤ ਕਰ ਲਈਆਂ, ਪਰ ਇੱਥੇ ਐਡੀਆਂ ਵੱਡੀਆਂ ਬਿਲਡਿੰਗਾਂ ਅੱਜ ਇੱਕ ਸਾਲ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਲੋਕੀ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ, ਕਿਉਂਕਿ ਉਹਨਾਂ ਦੀਆਂ ਘਰ ਦੀਆਂ ਤਨਖਾਹਾਂ ਨਹੀਂ ਕਿਸ਼ਤਾਂ ਨਹੀਂ ਮੁੜ ਰਹੀਆਂ ਅਤੇ ਤਨਖਾਹਾਂ ਉਹਨਾਂ ਨੂੰ ਮਿਲ ਨਹੀਂ ਰਹੀਆਂ। ਸੋ ਬਜਟ ਦੇ ਸੰਬੰਧ ਦੇ ਵਿੱਚ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਸਿੱਖਾਂ ਦੇ 10-10 ਰੁਪਈਏ ਦੇ ਮੱਥਾ ਟੇਕਣ ਦੀ ਤੁਹਾਨੂੰ ਤਨਖਾਹ ਮਿਲਦੀ ਆ, ਅਤੇ ਉਹਨਾਂ ਨੂੰ ਬਦਤਮੀਜ਼ ਕਹਿਣਾ ਇਹ ਤੁਹਾਡੇ ਵਾਸਤੇ ਕਿੰਨਾ ਕੁ ਜਾਇਜ਼ ਹੈ। ਸੋ ਇਹਦੀ ਅਸੀਂ ਜਿਹੜੀ ਇੱਥੋਂ ਨਿਖੇਧੀ ਕੀਤੀ ਹੈ। ਬਾਕੀ ਸਾਰਾ ਤੁਹਾਨੂੰ ਜਿਹੜਾ ਦੱਸਦਾ ਮੈਂ ਇੰਨੀ ਬੇਨਤੀ ਕਰਨੀ ਸੀ। ਇੱਕ ਵਿੱਚ ਰਹਿ ਗਈ ਜੀ ਗੱਲ, ਅਸੀਂ ਹਾਈ ਕੋਰਟ ਦੇ ਰਿਟਾਇਰਡ ਜੱਜਾਂ ਤੋਂ ਸ਼੍ਰੋਮਣੀ ਕਮੇਟੀ ਅੰਦਰ ਜੋ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਉਹਦੀ ਜਾਂਚ ਕਰਾਉਣ ਦੀ ਵੀ ਮੰਗ ਕਰਦੇ ਹਾਂ। ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਘਪਲਾ ਬੇਮਰਜ਼ਾਦਾ ਕੰਮ ਹੋ ਰਿਹਾ ਹੈ, ਉਹਦੇ ਬਾਰੇ ਸਰਦਾਰ ਮਿੱਠੂ ਸਿੰਘ ਜੀ ਕਰਨੇ ਕਿ ਇਹ ਸਾਡੇ ਸਤਿਕਾਰਯੋਗ ਬਾਬਾ ਗੁਰਪ੍ਰੀਤ ਸਿੰਘ ਜੀ ਐਗਜ਼ੈਕਟਿਵ ਮੈਂਬਰ, ਉਹਨਾਂ ਨੇ ਸਾਰਾ ਦੱਸ ਦਿੱਤਾ ਹੈ ਵੀ ਜੋ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਵੀ ਕਾਨੂੰਨ ਬਣਿਆ, ਐਕਟ ਬਣਿਆ ਹੈ, ਉਹਦਾ ਮੇਨ ਮੁੱਦਾ ਹੈ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨੀ, ਅਤੇ ਉਹ ਤੋਂ ਸ਼੍ਰੋਮਣੀ ਕਮੇਟੀ ਭਟਕ ਚੁੱਕੀ ਹੈ। ਇਹ ਸਾਡਾ ਅੱਜ ਇਹ ਹਾਲ ਹੈ ਵੀ ਸਾਡੇ ਜੋ ਸਿੱਖ ਬੱਚੇ ਨਾ, ਜਿਵੇਂ ਕਾਲਜਾਂ ਬਾਰੇ ਗੱਲ ਚੱਲੀ ਹੈ, ਸਕੂਲਾਂ ਬਾਰੇ ਗੱਲ ਚੱਲੀ ਹੈ, ਹਸਪਤਾਲਾਂ ਬਾਰੇ ਗੱਲ ਚੱਲੀ ਹੈ, ਜ਼ਮੀਨ ਜਾਇਦਾਦਾਂ ਦੀ ਗੱਲ ਚੱਲੀ ਹੈ, ਅਤੇ ਉਹਦੇ ਵਿੱਚ ਸਾਨੂੰ ਘਾਟਾ ਹੀ ਘਾਟਾ ਦੇ ਨਾਲ ਮੈਂ ਇਹ ਵੀ ਦਾਅਵੇ ਨਾਲ ਕਹਿਣਾ ਵੀ ਸਾਰੇ ਸਕੂਲਾਂ ਨਾਲੋਂ, ਕਾਲਜਾਂ ਨਾਲੋਂ ਅਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਦੀ ਵਿੱਦਿਆ ਮਹਿੰਗੀ ਹੈ। ਉਹਦੇ 'ਚ ਕਿਸੇ ਨੂੰ ਰਹਿਤ ਨਹੀਂ, ਕੋਈ ਕਿਸੇ ਨੂੰ ਉਹਦੇ 'ਚ ਮਤਲਬ ਇਹ ਨਹੀਂ ਹੈ ਵੀ ਇਹ ਗਰੀਬ ਦਾ ਬੱਚਾ ਹੈ, ਜਾਂ ਮਤਲਬ ਉਹਨਾਂ ਨੂੰ ਮਤਲਬ ਗਲ ਘੁੱਟ ਕੇ ਉਹਨਾਂ ਤੋਂ ਫੀਸਾਂ ਭਰਾਈਆਂ ਜਾਂਦੀਆਂ। ਸੋ ਮੈਂ ਇਹੀ ਬੇਨਤੀ ਕਰਦਾ, ਜਿਸ ਤਰ੍ਹਾਂ ਸਾਡੇ ਸਿੰਘ ਸਾਹਿਬ ਜੀ ਨੇ ਇੱਕ ਬਹੁਤ ਹੀ ਮਹਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਅਕਸ਼ ਨੂੰ ਢਾਹ ਲਾਈ ਹੈ, ਇਹ ਦੇਖੋ ਸਾਨੂੰ ਬਹੁਤ ਇਸ ਚੀਜ਼ ਦਾ ਗਿਲਾ ਹੈ ਅਤੇ ਨਾਲ ਸਾਨੂੰ ਗੁੱਸਾ ਵੀ ਹੈ। ਇਹ ਵੀ ਇੱਕ ਜਥੇਦਾਰ ਹੋਵੇ ਅਕਾਲ ਤਖਤ ਦਾ, ਇੱਕ ਪਾਰਟੀ ਦੀ ਗੱਲ ਕਰੇ, ਕਹਿੰਦਾ ਵੀ ਉਹ ਬਾਦਲ ਕੇ ਹਾਰ ਗਏ ਅਤੇ ਮੈਂ ਮੰਜੇ 'ਚ ਪੈ ਗਿਆ ਅਤੇ ਬਦਤਮੀਜੀ ਕੌਮ, ਅਤੇ ਇਹਨਾਂ ਗੱਲਾਂ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।
ਇੱਕ ਵਾਰੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਾਰੇ ਪਬਲਿਕ ਤਾਈਂ, ਸਾਰੀਆਂ ਸੰਗਤਾਂ ਤਾਈਂ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਵੀ ਸਾਡੇ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਪਰਿਵਾਰ ਕਾਬਜ਼ ਹੈ। ਇਹ ਉਹ ਪਰਿਵਾਰ ਤੋਂ ਅਸੀਂ ਖਹਿੜਾ ਛਡਾਉਣਾ ਹੈ ਜਿਨ੍ਹਾਂ ਨੇ ਸਾਡੀਆਂ ਸਾਰੀਆਂ ਮਰਜ਼ਾਦਾਂ ਦੀਆਂ ਧੱਜੀਆਂ ਉਡਾਤੀਆਂ। ਹੈਰਾਨਗੀ ਦੀ ਗੱਲ ਹੈ, ਮੈਂ ਜ਼ਿਆਦਾ ਵਿਸਤਾਰ 'ਚ ਨਾ ਜਾਵਾਂ, 2 ਟੂਕ ਮਾਤਰੀ ਵੀ ਅੱਜ ਤੁਸੀਂ ਉੱਥੇ ਕਮਰਾ ਲੈਣਾ ਹੈ, ਫੋਨ ਕਰਾਓ ਫਿਰ ਮਿਲੇਗਾ। ਸੰਗਤ ਜੀ ਉੱਥੇ ਕੋਈ ਸਤਿਕਾਰ ਨਹੀਂ ਸੰਗਤ ਦਾ। ਇਹ ਜੋ ਸਾਡਾ ਐਕਟ ਹੈ, ਇਹ ਤੁਸੀਂ ਦੇਖੋਗੇ ਬਜਟ 'ਚ ਜੋ 30 ਤਰੀਕ ਨੂੰ ਪਾਸ ਹੋਣਾ ਹੈ, ਉਹਦੇ ਵਿੱਚ ਸਾਨੂੰ ਬੋਲਣ ਨਹੀਂ ਦਿੱਤਾ ਜਾਣਾ। ਉਹਨਾਂ ਨੇ ਰੌਲਾ ਪਾ ਦੇਣਾ, ਇਹ ਰੌਲਾ ਪਾਉਂਦੇ ਆ ਜੀ, ਇਹ ਕਰਦੇ ਆ। ਅਸੀਂ ਸੱਚੀ ਗੱਲ ਬੁਲੰਦ ਕਰਦੇ ਹਾਂ, ਇਹ ਕਰਦੇ ਰਵਾਂਗੇ। ਇਹ ਸਾਰੇ ਸਿੱਖ ਸੰਗਤ ਨੂੰ ਮੈਂ ਪੁਰਜੋਰ ਅਪੀਲ ਕਰਦਾ ਵੀ ਭਾਈ ਹੁਣ ਸਮਾਂ ਆ ਗਿਆ, ਹੁਣ ਅਵੇਸਲਾਪਣ ਨਾ ਵਰਤੋ। ਹੁਣ ਇਹਨਾਂ ਨੂੰ ਆਪਾਂ ਇਸ ਪਾਸਿਓਂ ਇਹਨਾਂ ਦਾ ਸਫਾਇਆ ਕਰਕੇ ਚੰਗੇ ਅਕਸ ਵਾਲੇ, ਚੰਗੀ ਮਰਜ਼ਾਦਾ ਵਾਲੇ ਮੈਂਬਰ ਸਾਹਿਬਾਨ, ਇਹ ਸਿੰਘ ਸਾਹਿਬਾਨ ਕੁਰਬਾਨੀਆਂ ਵਾਲੇ ਤੇ ਉਹ ਉੱਥੇ ਸੇਵਾ ਸੰਭਾਲਣ। ਇਹ ਅਸੀਂ ਤਾਂ ਕਿ ਸਿੱਖ ਕੌਮ ਦੀ ਇਕੱਲੀ ਨਹੀਂ, ਜੋ ਸਿੱਖ ਹੈ ਉਹ ਸਭ ਦੀ ਸੇਵਾ ਕਰਦਾ ਹੈ। ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਸਹਿਵਾਰਾ ਜੋ ਕੋਈ ਵਿਤਕਰਾ ਨਹੀਂ। ਤੇ ਅੱਜ ਉੱਥੇ ਵਿਤਕਰੇ ਹੋ ਰਹੇ ਨਾ, ਇਹ ਮੈਂ ਇਹੀ ਤੁਹਾਡੇ ਮਾਧਿਅਮ ਰਾਹੀਂ ਸਮੂਹ ਸਿੱਖ ਸੰਗਤ ਨੂੰ, ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਚਾਹੁੰਦਾ ਵੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਕਾਬਲ ਨਹੀਂ ਅਕਾਲ ਤਖਤ ਦੇ ਜਥੇਦਾਰੀ ਦੇ ਕਹਾਉਣ ਦੇ। ਤੇ ਉਹ ਇਹੋ ਜਿਹੀਆਂ ਗੱਲਾਂ ਵੋਟਾਂ ਵੀ ਮੰਗੀ ਜਾਂਦੇ ਨਾ ਵੀ ਕਰੀ ਜਾਂਦੇ ਨੇ। ਤੇ ਇਹਨਾਂ ਨੇ ਸਾਡੇ ਜੋ ਅਕਾਲ ਤਖਤ ਨੂੰ ਢਾਹ ਲਾਈ ਹੈ, ਤੇ ਅਸੀਂ ਤਕੜੇ ਹੋ ਕੇ ਉਹੀ ਮਰਜ਼ਾਦਾ, ਉਹੀ ਸਾਰਾ ਸ਼੍ਰੋਮਣੀ ਕਮੇਟੀ ਦਾ ਜੋ ਐਕਟ ਬਣਿਆ ਹੈ ਉਸ ਮੁਤਾਬਕ ਸੇਵਾ ਨਿਭਾਉਣੀ ਹੈ। ਤੇ ਇਹ ਮੇਰੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।